ਤਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕਨੋਮਿਕ ਦਾ ਸੈਂਪਲ ਪੇਪਰ ਲੈ ਕੇ ਆ ਚੁੱਕੇ ਹਾਂ ਜੀ। ਪੂਰਾ ਸੋਲਿਊਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਤੇ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਲੈਣਾ। ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ। ਨੰਬਰ 1 ਤੇ ਇਸ ਪ੍ਰਸ਼ਨ ਪੱਤਰ ਵਿੱਚ ਕੁੱਲ 6 ਪ੍ਰਸ਼ਨ ਹਨ। ਨੰਬਰ 2 ਸਾਰੇ ਸਵਾਲ ਲਾਜ਼ਮੀ ਹਨ। ਨੰਬਰ 3 ਸਧਾਰਨ ਕੈਲਕੂਲੇਟਰ ਵਰਤਿਆ ਜਾ ਸਕਦਾ ਹੈ। ਅੱਗੇ ਆਪਾਂ ਨੂੰ ਪ੍ਰਸ਼ਨ 1 ਦੇ ਵਿੱਚ ਦੇਖ ਸਕਦੇ ਹੋ, ਇਸ ਪ੍ਰਸ਼ਨ ਦੇ 20 ਉਪਭਾਗ ਹਨ। ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਠੀਕ ਉੱਤਰ ਦਾ 1 ਅੰਕ ਹੋਵੇਗਾ। 20 ਅੰਕਾਂ ਦੇ ਜਿਹੜੇ ਆਪਾਂ ਨੂੰ ਦੇਖ ਸਕਦੇ ਹੋ ਆਬਜੈਕਟਿਵ ਟਾਈਪ ਪ੍ਰਸ਼ਨ ਜਿਹੜੇ ਪੁੱਛੇ ਜਾਣਗੇ। ਪਹਿਲਾ ਆਪਣਾ ਪ੍ਰਸ਼ਨ ਹੈਗਾ, ਅਰਥ ਸ਼ਾਸਤਰ ਦੀ ਕਿਹੜੀ ਸ਼ਾਖਾ ਪੂਰੀ ਅਰਥ ਵਿਵਸਥਾ ਦੇ ਕੰਮਕਾਜ ਨਾਲ ਸੰਬੰਧਿਤ ਹੈ? ਇਸ ਦਾ ਆਪਣਾ ਉੱਤਰ ਹੋ ਜਾਂਦਾ ਆਪਸ਼ਨ ਨੰਬਰ ਬੀ, ਸਮਸ਼ਟੀ ਅਰਥ ਸ਼ਾਸਤਰ। ਨੰਬਰ 2 ਪ੍ਰਸ਼ਨ ਹੈਗਾ, ਖੰਡ ਦੇ ਉਤਪਾਦਨ ਵਿੱਚ ਗੰਨਾ ਕਿਸ ਕਿਸਮ ਦਾ ਉਤਪਾਦਨ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਸੀ, ਮੱਧਵਰਤੀ ਵਸਤੂ। ਨੰਬਰ 3 ਪ੍ਰਸ਼ਨ, ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਡੈਸ਼ ਕਿਹਾ ਜਾਂਦਾ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਏ, ਵਾਸਤਵਿਕ ਪ੍ਰਵਾਹ। ਪ੍ਰਸ਼ਨ ਚੌਥਾ ਹੈਗਾ, ਉਹ ਪ੍ਰਣਾਲੀ ਜਿਸ ਵਿੱਚ ਵਸਤੂਆਂ ਦੇ ਬਦਲੇ ਵਸਤੂਆਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਸੀ, ਵਸਤੂ ਵਟਾਂਦਰਾ ਪ੍ਰਣਾਲੀ। ਨੰਬਰ 5 ਪ੍ਰਸ਼ਨ ਹੈਗਾ, ਕਿਸ ਬੈਂਕ ਨੂੰ ਮੁਦਰਾ ਜਾਰੀ ਕਰਨ ਦਾ ਅਧਿਕਾਰ ਹੈ? ਇਸ ਦਾ ਉੱਤਰ ਹੈਗਾ ਆਪਸ਼ਨ ਨੰਬਰ ਏ, ਕੇਂਦਰੀ ਬੈਂਕ। ਪ੍ਰਸ਼ਨ 6ਵਾਂ ਹੈਗਾ, ਜੇਕਰ ਕੋਈ ਵਿਅਕਤੀ ਕੰਮ ਕਰਨ ਲਈ ਤਿਆਰ ਹੈ ਪਰ ਉਸ ਨੂੰ ਕੰਮ ਨਹੀਂ ਮਿਲਦਾ ਤਾਂ ਇਸ ਸਥਿਤੀ ਨੂੰ ਕੀ ਕਿਹਾ ਜਾਵੇਗਾ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਸੀ, ਅਣਇੱਛੁਕ ਬੇਰੁਜ਼ਗਾਰੀ। ਉਸ ਤੋਂ ਅੱਗੇ ਆਪਣਾ ਪ੍ਰਸ਼ਨ ਹੈਗਾ, 7ਵਾਂ, ਘੱਟ ਮੰਗ ਅਤੇ ਵਾਧੂ ਮੰਗ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਹੇਠ ਦਿੱਤੇ ਵਿੱਚੋਂ ਕਿਹੜਾ ਵਿੱਤੀ ਉਪਾਅ ਨਹੀਂ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਸੀ, ਵਿਦੇਸ਼ ਨੀਤੀ। ਨੰਬਰ 8 ਪ੍ਰਸ਼ਨ ਹੈਗਾ ਹੈ, ਇੱਕ ਟੈਕਸ ਹੈ ਡੈਸ਼। ਇਸ ਦਾ ਆਪਣਾ ਆਨਸਰ ਹੈਗਾ ਆਪਸ਼ਨ ਨੰਬਰ ਬੀ, ਇੱਕ ਲਾਜ਼ਮੀ ਭੁਗਤਾਨ। ਉਸ ਤੋਂ ਅਗਲਾ ਪ੍ਰਸ਼ਨ ਆਪਣਾ ਹੈਗਾ 9ਵਾਂ, ਭੌਤਿਕ ਵਸਤੂਆਂ ਦੇ ਆਯਾਤ ਅਤੇ ਨਿਰਯਾਤ ਦੇ ਮੁੱਲਾਂ ਵਿੱਚ ਅੰਤਰ ਨੂੰ ਡੈਸ਼ ਕਿਹਾ ਜਾਂਦਾ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਬੀ, ਵਪਾਰ ਦਾ ਸੰਤੁਲਨ। ਪ੍ਰਸ਼ਨ 10ਵਾਂ ਹੈਗਾ, ਭਾਰਤ ਦੀ ਆਜ਼ਾਦੀ ਦੇ ਸਮੇਂ ਭਾਰਤੀ ਅਰਥ ਵਿਵਸਥਾ ਵਿੱਚ ਹੇਠ ਲਿਖੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਮੌਜੂਦ ਸਨ? ਇਸ ਦਾ ਆਪਣਾ ਉੱਤਰ ਹੋ ਜਾਂਦਾ ਆਪਸ਼ਨ ਨੰਬਰ ਡੀ, ਇਹ ਸਭ। 11ਵਾਂ ਪ੍ਰਸ਼ਨ, ਨੀਤੀ ਆਯੋਗ ਦਾ ਚੇਅਰਮੈਨ ਕੌਣ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਸੀ, ਦੇਸ਼ ਦਾ ਪ੍ਰਧਾਨ ਮੰਤਰੀ। ਪ੍ਰਸ਼ਨ 12ਵਾਂ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਭਾਰਤੀ ਖੇਤੀਬਾੜੀ ਨਾਲ ਸੰਬੰਧਿਤ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਡੀ, ਇਹ ਸਾਰੀਆਂ ਹੀ। ਅਗਲਾ ਪ੍ਰਸ਼ਨ ਹੈਗਾ ਆਪਾਂ ਨੂੰ ਸਹੀ ਗਲਤ ਜਿਹੜੇ ਵਿਕਲਪ ਚੋਣ ਕਰਨੀ ਹੈ। ਨਵੀਂ ਆਰਥਿਕ ਨੀਤੀ ਤੋਂ ਬਾਅਦ ਅਰਥ ਵਿਵਸਥਾ ਵਿੱਚ ਜਨਤਕ ਖੇਤਰ ਦੀ ਭੂਮਿਕਾ ਬੁਰੀ ਤਰ੍ਹਾਂ ਸੀਮਿਤ ਹੋ ਗਈ ਹੈ? ਇਸ ਦਾ ਆਪਣਾ ਉੱਤਰ ਹੈਗਾ ਸਹੀ। ਅਗਲਾ ਪ੍ਰਸ਼ਨ ਹੈਗਾ, ਪੇਂਡੂ ਗਰੀਬਾਂ ਵਿੱਚ ਹੇਠ ਲਿਖੇ ਵਿੱਚੋਂ ਕੌਣ ਸ਼ਾਮਲ ਹਨ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਡੀ, ਇਹ ਸਾਰੇ। ਅਗਲਾ ਪ੍ਰਸ਼ਨ ਹੈਗਾ, ਹੇਠ ਦਿੱਤੇ ਵਿੱਚੋਂ ਕਿਹੜਾ ਸਾਖ ਦਾ ਸੰਸਥਾਗਤ ਸਰੋਤ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਡੀ, ਇਹ ਸਾਰੇ। ਉਸ ਤੋਂ ਅੱਗੇ ਪ੍ਰਸ਼ਨ ਹੈਗਾ, ਮਨੁੱਖੀ ਪੂੰਜੀ ਨਿਰਮਾਣ ਦਾ ਨਿਰਣਾਇਕ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ? ਇਸ ਦਾ ਵੀ ਆਪਣਾ ਆਨਸਰ ਹੈਗਾ ਆਪਸ਼ਨ ਨੰਬਰ ਡੀ, ਇਹ ਸਾਰੇ। ਅਗਲਾ ਪ੍ਰਸ਼ਨ ਆਪਣਾ ਹੈਗਾ, ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਡੀ, ਇਹ ਸਭ। ਮੌਸਮੀ ਬੇਰੁਜ਼ਗਾਰੀ ਹੈ, ਸਿੱਖਿਅਤ ਬੇਰੁਜ਼ਗਾਰੀ ਤੇ ਛੁਪੀ ਹੋਈ ਬੇਰੁਜ਼ਗਾਰੀ। ਅਗਲਾ ਪ੍ਰਸ਼ਨ ਹੈਗਾ, ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਦਾ ਇੱਕ ਮਹੱਤਵਪੂਰਨ ਰਵਾਇਤੀ ਸਰੋਤ ਹੈ? ਆਪਸ਼ਨਾਂ ਨੇ ਪੈਟਰੋਲੀਅਮ, ਕੋਲਾ ਤੇ ਕੁਦਰਤੀ ਗੈਸ। ਇਸ ਦਾ ਵੀ ਆਪਣਾ ਉੱਤਰ ਹੈਗਾ ਇਹ ਸਾਰੇ। ਉਸ ਤੋਂ ਅੱਗੇ 19ਵਾਂ ਪ੍ਰਸ਼ਨ, ਦੋ ਚਰਾਂ ਵਿਚਕਾਰ ਹੇਠ ਲਿਖਿਆਂ ਵਿੱਚੋਂ ਸਹਿ ਸੰਬੰਧ ਦੀ ਕਿਹੜੀ ਕਿਸਮ ਹੁੰਦੀ ਹੈ? ਇਸ ਦਾ ਆਪਣਾ ਉੱਤਰ ਹੈਗਾ ਆਪਸ਼ਨ ਨੰਬਰ ਡੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਲਾਸਟ ਹੈਗਾ ਆਪਣਾ, ਹੇਠਾਂ ਦਿੱਤੇ ਵਿੱਚੋਂ ਕਿਹੜੀ ਸੂਚਕਾਂਕ ਦੀ ਕਿਸਮ ਨਹੀਂ ਹੈ? ਇਸ ਦਾ ਆਪਣਾ ਉੱਤਰ ਹੋ ਜਾਂਦਾ ਆਪਸ਼ਨ ਨੰਬਰ ਡੀ, ਕੀਮਤ ਸੂਚਕਾਂਕ ਨੰਬਰ। ਉਸ ਤੋਂ ਅੱਗੇ ਪ੍ਰਸ਼ਨ 2 ਹੈਗਾ, ਸਰੋਤ ਆਧਾਰਿਤ ਪ੍ਰਸ਼ਨ। ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। 4 ਅੰਕਾਂ ਦਾ ਜਿਹੜਾ ਆਪਾਂ ਨੂੰ ਸਰੋਤ ਆਧਾਰਿਤ ਪ੍ਰਸ਼ਨ ਜਿਹੜੇ ਪੁੱਛੇ ਜਾਣਗੇ। ਸਿੱਖਿਆ ਗਿਆਨ ਪ੍ਰਦਾਨ ਕਰਨ, ਹੁਨਰਾਂ ਨੂੰ ਵਧਾਉਣ ਅਤੇ ਮਨੁੱਖਾਂ ਵਿੱਚ ਕਦਰਾਂ ਕੀਮਤਾਂ ਪੈਦਾ ਕਰਨ ਦੀ ਗੁਣਾਤਮਕ ਪ੍ਰਕਿਰਿਆ ਹੈ। ਆਮ ਵਿਸ਼ਵਾਸਾਂ ਦੇ ਵਿਰੁੱਧ ਇਹ ਪੜ੍ਹਨ, ਲਿਖਣ ਜਾਂ ਸਮਝਣ ਦੀ ਸਮਰੱਥਾ ਤੋਂ ਬਹੁਤ ਜ਼ਿਆਦਾ ਹੈ। ਇਹ ਮਨੁੱਖ ਦੇ ਜੀਵਨ ਵਿੱਚ ਇੱਕ ਪੈਰਾਡਾਈਮ ਪਰਿਵਰਤਨ ਦੀ ਸ਼ੁਰੂਆਤ ਕਰਨ ਦਾ ਇੱਕ ਸਾਧਨ ਹੈ
ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਿੱਖਿਆ ਦੇ ਪ੍ਰਸਾਰ ਵਿੱਚ ਸ਼ਲਾਘਾਯੋਗ ਸੁਧਾਰ ਹੋਇਆ ਹੈ। ਦੇਸ਼ ਵਿੱਚ ਸਾਖਰਤਾ ਦਰ ਦੇ ਆਧਾਰ ਤੇ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। 1951 ਵਿੱਚ ਭਾਰਤ ਵਿੱਚ ਸਾਖਰਤਾ ਦਰ ਸਿਰਫ 18.3% ਸੀ, ਜੋ 2011 ਦੀ ਜਨਗਣਨਾ ਦੇ ਅਨੁਸਾਰ 2011 ਵਿੱਚ 74.04% ਤੱਕ ਸੁਧਰ ਗਈ। 2011 ਵਿੱਚ ਮਰਦ ਸਾਖਰਤਾ ਦਰ 82.14% ਅਤੇ ਔਰਤਾਂ ਦੀ ਸਾਖਰਤਾ ਦਰ 65.46% ਸੀ। ਰਾਜਾਂ ਵਿੱਚੋਂ 2011 ਵਿੱਚ ਸਭ ਤੋਂ ਵੱਧ ਸਾਖਰਤਾ ਦਰ ਕੇਰਲ ਲਈ 93.9% ਸੀ, ਜਦੋਂ ਕਿ ਬਿਹਾਰ ਲਈ ਇਹ ਸਭ ਤੋਂ ਘੱਟ 63.8% ਸੀ। 2011 ਦੀ ਜਨਗਣਨਾ ਦੇ ਅਨੁਸਾਰ 2011 ਵਿੱਚ ਪੰਜਾਬ ਵਿੱਚ ਸਾਖਰਤਾ ਦਰ 76.7 ਸੀ। ਰਾਜ ਲਈ ਮਰਦ ਸਾਖਰਤਾ ਦਰ ਅਤੇ ਔਰਤਾਂ ਦੀ ਸਾਖਰਤਾ ਦਰ ਕ੍ਰਮਵਾਰ 81.5% ਅਤੇ 71.3% ਸੀ। ਆਪਣਾ ਅੱਗੇ ਪ੍ਰਸ਼ਨ ਹੈਗੇ ਨੇ। ਨੰਬਰ 1 ਹੈਗਾ ਪ੍ਰਸ਼ਨ, ਸਿੱਖਿਆ ਕੀ ਹੈ? ਇਸ ਦਾ ਆਪਣਾ ਉੱਤਰ ਹੈਗਾ ਸਿੱਖਿਆ ਗਿਆਨ ਦੇਣ, ਹੁਨਰ ਵਧਾਉਣ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦੀ ਇੱਕ ਗੁਣਾਤਮਕ ਪ੍ਰਕਿਰਿਆ ਹੈ। ਪ੍ਰਸ਼ਨ ਦੂਜਾ, ਭਾਰਤ ਵਿੱਚ 1951 ਵਿੱਚ ਸਾਖਰਤਾ ਦਰ ਕਿੰਨੀ ਸੀ? ਇਸ ਦਾ ਉੱਤਰ ਹੈਗਾ 1951 ਵਿੱਚ ਭਾਰਤ ਵਿੱਚ ਸਾਖਰਤਾ ਦਰ ਸਿਰਫ 18.3% ਸੀ। ਪ੍ਰਸ਼ਨ 3 ਹੈਗਾ ਆਪਣਾ, ਭਾਰਤ ਵਿੱਚ 2011 ਵਿੱਚ ਕਿਸ ਰਾਜ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ? ਇਸ ਦਾ ਆਪਣਾ ਉੱਤਰ ਹੈਗਾ 2011 ਵਿੱਚ ਸਭ ਤੋਂ ਵੱਧ ਸਾਖਰਤਾ ਦਰ ਕੇਰਲ ਰਾਜ ਦੀ ਸੀ। ਪ੍ਰਸ਼ਨ 4 ਹੈਗਾ, 2011 ਵਿੱਚ ਪੰਜਾਬ ਵਿੱਚ ਸਾਖਰਤਾ ਦਰ ਕਿੰਨੀ ਸੀ? ਇਸ ਦਾ ਉੱਤਰ ਹੈਗਾ 2011 ਵਿੱਚ ਪੰਜਾਬ ਦੀ ਸਾਖਰਤਾ ਦਰ 76.7% ਸੀ। ਉਸ ਤੋਂ ਅੱਗੇ ਪ੍ਰਸ਼ਨ ਤੀਜਾ ਹੈਗਾ ਵਸਤੂਨਿਸ਼ਟ ਪ੍ਰਸ਼ਨ। ਇਹਨਾਂ ਪ੍ਰਸ਼ਨਾਂ ਦੇ ਸਾਰੇ 16 ਉਪਭਾਗਾਂ ਦੇ ਉੱਤਰ ਦਿਓ। ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਹੋ ਸਕਦੇ ਹਨ। ਪ੍ਰਸ਼ਨ ਪਹਿਲਾ ਹੈਗਾ, ਕੇਂਜ ਦੀ ਮਸ਼ਹੂਰ ਕਿਤਾਬ ਕਿਹੜੀ ਹੈ? ਇਸ ਦਾ ਆਪਣਾ ਉੱਤਰ ਹੈਗਾ ਰੁਜ਼ਗਾਰ, ਵਿਆਜ ਅਤੇ ਮੁਦਰਾ ਦਾ ਸਧਾਰਨ ਸਿਧਾਂਤ। ਪ੍ਰਸ਼ਨ 2 ਹੈਗਾ, ਵਟਾਂਦਰੇ ਦੀ ਬਾਰਟਰ ਪ੍ਰਣਾਲੀ ਕੀ ਹੈ? ਇਸ ਦਾ ਉੱਤਰ ਹੈਗਾ ਜਿਸ ਪ੍ਰਣਾਲੀ ਅਧੀਨ ਵਸਤੂਆਂ ਪ੍ਰਤੀ ਵਸਤਾਂ ਦਾ ਲੈਣ ਦੇਣ ਕੀਤਾ ਜਾਂਦਾ ਹੈ। ਪ੍ਰਸ਼ਨ 3 ਹੈਗਾ, ਭਾਰਤ ਦੀ ਕੇਂਦਰੀ ਬੈਂਕ ਕਿਹੜੀ ਹੈ? ਇਸ ਦਾ ਆਪਣਾ ਉੱਤਰ ਹੈਗਾ ਭਾਰਤੀ ਰਿਜ਼ਰਵ ਬੈਂਕ। ਪ੍ਰਸ਼ਨ ਚੌਥਾ ਹੈਗਾ, ਕੁੱਲ ਮੰਗ ਕੀ ਹੈ? ਇਸ ਦਾ ਉੱਤਰ ਹੈਗਾ ਕਿਸੇ ਅਰਥ ਵਿਵਸਥਾ ਵਿੱਚ ਇੱਕ ਵਿੱਤੀ ਵਰ੍ਹੇ ਵਿੱਚ ਸਾਰੀਆਂ ਵਸਤਾਂ ਅਤੇ ਸੇਵਾਵਾਂ ਦੀ ਮੰਗ ਦਾ ਜੋੜ ਕੁੱਲ ਮੰਗ ਅਖਵਾਉਂਦਾ ਹੈ। AD ਬਰਾਬਰ ਹੈ C+I+G + X-M। ਪ੍ਰਸ਼ਨ ਪੰਜਵਾਂ ਹੈਗਾ, ਘੱਟ ਮੰਗ ਦੀ ਸਮੱਸਿਆ ਕੀ ਹੈ? ਇਸ ਦਾ ਆਪਣਾ ਉੱਤਰ ਹੈਗਾ ਘੱਟ ਮੰਗ ਤੋਂ ਭਾਵ ਹੈ ਜਦੋਂ ਕੁੱਲ ਮੰਗ ਪੂਰਨ ਰੁਜ਼ਗਾਰ ਪੱਧਰ ਤੇ ਕੁੱਲ ਪੂਰਤੀ ਤੋਂ ਘੱਟ ਹੁੰਦੀ ਹੈ। ਪੂਰਨ ਰੁਜ਼ਗਾਰ ਪੱਧਰ ਤੇ AD > AS ਭਾਵ ਘੱਟ ਮੰਗ ਦੀ ਸਮੱਸਿਆ ਹੈ। ਉਸ ਤੋਂ ਅੱਗੇ 6ਵਾਂ ਪ੍ਰਸ਼ਨ, ਘਾਟੇ ਦਾ ਬਜਟ ਕੀ ਹੈ? ਇਸ ਦਾ ਆਪਣਾ ਉੱਤਰ ਹੈਗਾ ਘਾਟੇ ਦੇ ਬਜਟ ਤੋਂ ਭਾਵ ਜਦੋਂ ਸਰਕਾਰ ਦੀਆਂ ਕੁੱਲ ਪ੍ਰਾਪਤੀਆਂ ਘੱਟ ਹਨ ਪਰ ਕੁੱਲ ਖਰਚ ਵੱਧ ਹੈ। ਸਰਕਾਰ ਦੇ ਬਜਟ ਵਿੱਚ ਕੁੱਲ ਖਰਚ ਘੱਟ ਹੈ ਕੁੱਲ ਪ੍ਰਾਪਤੀਆਂ ਤੋਂ। ਉਸ ਤੋਂ ਅਗਲਾ ਪ੍ਰਸ਼ਨ ਹੈਗਾ ਆਪਣਾ 7ਵਾਂ, ਕਿਸੇ ਦੇਸ਼ ਲਈ ਵਪਾਰ ਦਾ ਸੰਤੁਲਨ ਕਦੋਂ ਅਨੁਕੂਲ ਹੁੰਦਾ ਹੈ? ਇਸ ਦਾ ਆਪਣਾ ਉੱਤਰ ਹੈਗਾ ਵਪਾਰ ਦਾ ਸੰਤੁਲਨ ਅਨੁਕੂਲ ਉਦੋਂ ਹੋਵੇਗਾ ਜਦੋਂ ਇੱਕ ਵਿੱਤੀ ਵਰ੍ਹੇ ਦੌਰਾਨ ਆਯਾਤਾਂ ਦਾ ਮੁੱਲ ਨਿਰਯਾਤਾਂ ਦੇ ਮੁੱਲ ਤੋਂ ਘੱਟ ਹੋਵੇ। 8ਵਾਂ ਪ੍ਰਸ਼ਨ ਹੈਗਾ, ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕੀ ਸੀ? ਇਸ ਦਾ ਆਪਣਾ ਉੱਤਰ ਹੈਗਾ ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦਾ ਸਮਾਂ 1951 ਤੋਂ 56 ਸੀ। ਅਗਲਾ ਪ੍ਰਸ਼ਨ 9ਵਾਂ, ਘੱਟੋ ਘੱਟ ਸਮਰਥਨ ਮੁੱਲ ਕੀ ਹੈ? ਇਸ ਦਾ ਉੱਤਰ ਹੈਗਾ ਘੱਟੋ ਘੱਟ ਸਮਰਥਨ ਮੁੱਲ ਦਾ ਭਾਵ ਹੈ ਜਿਸ ਮੁੱਲ ਤੇ ਸਰਕਾਰ ਫਸਲਾਂ ਨੂੰ ਖਰੀਦੇਗੀ ਜੇਕਰ ਬਾਜ਼ਾਰ ਵਿੱਚ ਮੁੱਲ ਇਸ ਤੋਂ ਘੱਟ ਮਿਲ ਰਿਹਾ ਹੋਵੇ। ਪ੍ਰਸ਼ਨ 10 ਹੈਗਾ, ਆਜ਼ਾਦ ਭਾਰਤ ਦੀ ਪਹਿਲੀ ਉਦਯੋਗਿਕ ਨੀਤੀ ਕਦੋਂ ਘੋਸ਼ਿਤ ਕੀਤੀ ਗਈ ਸੀ? ਇਸ ਦਾ ਉੱਤਰ ਹੈਗਾ ਆਜ਼ਾਦ ਭਾਰਤ ਦੀ ਪਹਿਲੀ ਉਦਯੋਗਿਕ ਨੀਤੀ 1948 ਵਿੱਚ ਘੋਸ਼ਿਤ ਕੀਤੀ ਗਈ। ਉਸ ਤੋਂ ਅਗਲਾ ਪ੍ਰਸ਼ਨ 11ਵਾਂ, ਨਿੱਜੀਕਰਨ ਦੀ ਪਰਿਭਾਸ਼ਾ ਦਿਓ। ਇਸ ਦਾ ਉੱਤਰ ਹੈਗਾ ਜਦੋਂ ਸਰਵਜਨਕ ਖੇਤਰ ਲਈ ਰਾਖਵੇਂ ਉਦਯੋਗਾਂ ਵਿੱਚ ਨਿੱਜੀ ਖੇਤਰਾਂ ਨੂੰ ਉਦਯੋਗ ਖੋਲ੍ਹਣ ਦੀ ਪ੍ਰਵਾਨਗੀ ਹੋਵੇ ਅਤੇ ਸਰਵਜਨਕ ਖੇਤਰ ਵਿੱਚ ਵੀ ਨਿਵੇਸ਼ ਹੋਵੇ ਤਾਂ ਇਸ ਨੂੰ ਨਿੱਜੀਕਰਨ ਆਖਦੇ ਹਨ। 12ਵਾਂ ਪ੍ਰਸ਼ਨ ਹੈਗਾ, ਗਰੀਬੀ ਤੋਂ ਕੀ ਭਾਵ ਹੈ? ਇਸ ਦਾ ਉੱਤਰ ਹੈਗਾ ਉਹ ਸਾਧਨ, ਸਹੂਲਤਾਂ ਅਤੇ ਸੇਵਾਵਾਂ
ਗਰੀਬੀ ਵਾਲੇ ਦਾ ਆਪਣਾ ਉੱਤਰ ਹੈਗਾ 12ਵੇਂ ਦਾ ਜੀਵਨ ਦੀਆਂ ਨਿਊਨਤਮ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਦੀ ਅਸਮਰੱਥਾ ਗਰੀਬੀ ਅਖਵਾਉਂਦੀ ਹੈ। ਜਿਹੜੇ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹਨ ਉਹਨਾਂ ਨੂੰ ਗਰੀਬ ਆਖਦੇ ਹਨ। ਉਸ ਤੋਂ ਅੱਗੇ ਆਪਣਾ ਪ੍ਰਸ਼ਨ ਹੈਗਾ ਬੁਨਿਆਦੀ ਢਾਂਚਾ ਕੀ ਹੈ। ਇਸ ਦਾ ਉੱਤਰ ਹੈਗਾ ਉਹ ਸਾਧਨ ਸਹੂਲਤਾਂ ਅਤੇ ਸੇਵਾਵਾਂ ਜਿਹੜੀਆਂ ਖੇਤੀਬਾੜੀ ਉਦਯੋਗਾਂ ਅਤੇ ਹੋਰ ਵਸਤਾਂ ਜਾਂ ਸੇਵਾਵਾਂ ਦੇ ਉਤਪਾਦਨ ਕਰਨ ਲਈ ਬਹੁਤ ਜ਼ਰੂਰੀ ਹਨ, ਬੁਨਿਆਦੀ ਢਾਂਚਾ ਅਖਵਾਉਂਦੀਆਂ ਹਨ। ਉਸ ਤੋਂ ਅੱਗੇ ਹੈਗਾ ਆਪਣਾ 14ਵਾਂ ਪ੍ਰਸ਼ਨ ਭਾਰਤ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦਾ ਮੂਲ ਉਦੇਸ਼ ਕੀ ਹੈ। ਇਸ ਦਾ ਆਪਣਾ ਉੱਤਰ ਹੈਗਾ ਭਾਰਤ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦਾ ਮੂਲ ਉਦੇਸ਼ ਵਧੀਆ ਸਿਹਤ ਸਹੂਲਤਾਂ ਅਤੇ ਸੇਵਾਵਾਂ ਨੂੰ ਵਧਾ ਕੇ ਲੋਕਾਂ ਨੂੰ ਗੁਣਾਤਮਕ ਸਿਹਤ ਢਾਂਚਾ ਪ੍ਰਦਾਨ ਕਰਨਾ ਹੈ। ਪ੍ਰਸ਼ਨ 15ਵਾਂ ਹੈਗਾ ਸਿਹਤ ਸੰਬੰਧ ਕੀ ਹੈ। ਇਸ ਦਾ ਆਪਣਾ ਉੱਤਰ ਹੈਗਾ ਸਿਹਤ ਸੰਬੰਧ ਤੋਂ ਭਾਵ ਦੋ ਜਾਂ ਦੋ ਤੋਂ ਵੱਧ ਚਰਾਂ ਵਿੱਚ ਆਪਸੀ ਸੰਬੰਧਾਂ ਦਾ ਹੋਣਾ, ਜਿਵੇਂ ਆਮਦਨ ਅਤੇ ਖਰਚ ਵਿਚਲਾ ਸੰਬੰਧ। ਲਾਸਟ ਪ੍ਰਸ਼ਨ ਹੈਗਾ ਆਧਾਰ ਸਾਲ ਕੀ ਹੈ। ਇਸ ਦਾ ਉੱਤਰ ਹੈਗਾ ਆਪਣਾ ਆਧਾਰ ਸਾਲ ਉਹ ਸਾਲ ਹੈ ਜਿਸ ਦੀ ਤੁਲਨਾ ਵਿੱਚ ਕਿਸੇ ਹੋਰ ਸਾਲ ਲਈ ਸੂਚਕਾਂਕ ਤਿਆਰ ਕੀਤਾ ਜਾਵੇ। ਇਸ ਦਾ ਮੁੱਲ ਹਮੇਸ਼ਾ 100 ਹੁੰਦਾ ਹੈ। ਉਸ ਤੋਂ ਅੱਗੇ ਪ੍ਰਸ਼ਨ 4 ਹੈਗਾ ਬਹੁਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਇਸ ਪ੍ਰਸ਼ਨ ਦੇ ਸਾਰੇ ਉਪਭਾਗਾਂ ਦੇ ਉੱਤਰ ਦਿਓ। ਪ੍ਰਸ਼ਨ ਦੇ ਉੱਤਰ 10-15 ਸ਼ਬਦਾਂ ਵਿੱਚ ਹੋ ਸਕਦੇ ਹਨ। ਪ੍ਰਸ਼ਨ 1 ਹੈਗਾ ਆਪਣਾ ਨਿਮਨ ਲਿਖਤ ਤੋਂ ਸ਼ੁੱਧ ਅਪ੍ਰਤੱਖ ਕਰਾਂ ਦੀ ਗਣਨਾ ਕਰੋ। ਮਦਾਂ ਦਿੱਤੀਆਂ ਗਈਆਂ ਨੇ ਆਪਾਂ ਨੂੰ ਅਪ੍ਰਤੱਖ ਟੈਕਸ 400 ਕਰੋੜ ਰੁਪਇਆ ਤੇ ਆਰਥਿਕ ਸਹਾਇਤਾ 200 ਕਰੋੜ ਰੁਪਇਆ। ਦੇਖ ਸਕਦੇ ਹੋ ਸ਼ੁੱਧ ਅਪ੍ਰਤੱਖ ਕਰ ਬਰਾਬਰ ਹੈ ਅਪ੍ਰਤੱਖ ਕਰ ਮਾਈਨਸ ਆਰਥਿਕ ਸਹਾਇਤਾ ਬਰਾਬਰ ਹੈ 400 ਕਰੋੜ ਮਾਈਨਸ 200 ਕਰੋੜ। ਉੱਤਰ ਇਸ ਦਾ ਆ ਜਾਊਗਾ ਆਪਣਾ 200 ਕਰੋੜ। ਉਸ ਤੋਂ ਅੱਗੇ ਪ੍ਰਸ਼ਨ ਦੂਜਾ ਸੀਮਾਂਤ ਉਪਭੋਗ ਪ੍ਰਵਿਰਤੀ ਨੂੰ ਪਰਿਭਾਸ਼ਿਤ ਕਰੋ। ਇਸ ਦਾ ਉੱਤਰ ਹੈਗਾ ਸੀਮਾਂਤ ਉਪਭੋਗ ਪ੍ਰਵਿਰਤੀ ਤੋਂ ਭਾਵ ਆਮਦਨ ਵਿਚਲੇ ਪਰਿਵਰਤਨਾਂ ਕਾਰਨ ਉਪਭੋਗ ਵਿੱਚ ਆਏ ਪਰਿਵਰਤਨ ਦਾ ਅਨੁਪਾਤ ਭਾਵ ਡੈਲਟਾ ਸੀ ਬਟਾ ਡੈਲਟਾ ਵਾਈ। ਉਦਾਹਰਣ ਵਜੋਂ ਆਮਦਨ ਦੇ 150 ਤੋਂ 250 ਹੋਣ ਨਾਲ ਉਪਭੋਗ 120 ਤੋਂ 190 ਹੋ ਜਾਵੇ ਤਾਂ MPC ਬਰਾਬਰ ਹੈ 70/100 ਬਰਾਬਰ ਹੈ 0.7। ਪ੍ਰਸ਼ਨ 3 ਹੈਗਾ 1991 ਵਿੱਚ ਭਾਰਤ ਦੁਆਰਾ ਅਪਣਾਈ ਗਈ ਨਵੀਂ ਆਰਥਿਕ ਨੀਤੀ ਤੋਂ ਤੁਹਾਡਾ ਕੀ ਭਾਵ ਹੈ। ਉੱਤਰ ਹੈਗਾ ਇਸ ਦਾ ਨਵੀਂ ਆਰਥਿਕ ਨੀਤੀ ਤੋਂ ਭਾਵ ਹੈ ਸਰਕਾਰ ਵਜੋਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਨਾਲ ਸੰਬੰਧਿਤ ਆਰਥਿਕ ਸੁਧਾਰਾਂ ਦਾ ਅਪਣਾਉਣਾ ਤਾਂ ਜੋ ਆਰਥਿਕ ਵਿਕਾਸ ਹੋ ਸਕੇ। ਪ੍ਰਸ਼ਨ 4 ਹੈਗਾ ਭਾਰਤ ਵਿੱਚ ਕੋਈ ਦੋ ਸਮੱਸਿਆਵਾਂ ਅਤੇ ਮਨੁੱਖੀ ਪੂੰਜੀ ਨਿਰਮਾਣ ਦਾ ਤਰੀਕਾ ਲਿਖੋ। ਇਸ ਦਾ ਉੱਤਰ ਹੈਗਾ ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਦੀਆਂ ਪ੍ਰਮੁੱਖ ਦੋ ਸਮੱਸਿਆਵਾਂ ਹਨ ਸਿੱਖਿਆ ਦੀ ਕਮੀ ਅਤੇ ਸਿਹਤ ਸੇਵਾਵਾਂ ਦੀ ਘਾਟ। ਤੇਜ਼ ਮਨੁੱਖੀ ਪੂੰਜੀ ਨਿਰਮਾਣ ਲਈ ਅਨੁਕੂਲ ਸਿੱਖਿਆ ਢਾਂਚਾ, ਕੁਸ਼ਲਤਾ, ਚੰਗੀ ਸਿਹਤ ਪ੍ਰਣਾਲੀ ਅਤੇ ਸਕਾਰਾਤਮਕ ਸੋਚ ਦਾ ਹੋਣਾ ਜ਼ਰੂਰੀ ਹੈ। ਉਸ ਤੋਂ ਅੱਗੇ ਪ੍ਰਸ਼ਨ 5ਵਾਂ ਹੈਗਾ ਆਪਣਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ। 5 ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨਾਂ ਦੇ ਉੱਤਰ 60 ਤੋਂ 70 ਸ਼ਬਦਾਂ ਵਿੱਚ ਹੋ ਸਕਦੇ ਹਨ। ਦੋ ਖੇਤਰੀ ਮਾਡਲ ਵਿੱਚ ਆਮਦਨ ਦੇ ਚੱਕਰੀ ਪ੍ਰਵਾਹ ਦਾ ਵਰਣਨ ਕਰੋ। ਪਹਿਲਾ ਪ੍ਰਸ਼ਨ ਆਪਣਾ ਹੈਗਾ 4 ਅੰਕਾਂ ਵਾਲੇ ਪ੍ਰਸ਼ਨ ਜਿਹੜੇ ਆਪਣੇ ਹੈਗੇ ਨੇ। ਇਸ ਦਾ ਆਪਣਾ ਉੱਤਰ ਹੈਗਾ ਇੱਕ ਅਰਥ ਵਿਵਸਥਾ ਵਿੱਚ ਦੋ ਖੇਤਰੀ ਪਰਿਵਾਰਿਕ ਖੇਤਰ ਅਤੇ ਫਰਮਾਂ ਹਨ। ਪਰਿਵਾਰਿਕ ਖੇਤਰ ਤੋਂ ਉਤਪਾਦਨ ਦੇ ਸਾਧਨ ਭੂਮੀ, ਕਿਰਤ, ਪੂੰਜੀ ਅਤੇ ਸੰਗਠਨ ਕੰਮ ਕਰਨ ਲਈ ਫਰਮਾਂ ਵਿੱਚ ਜਾਂਦੇ ਹਨ। ਇਸ ਨਾਲ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ। ਫਰਮਾਂ ਦੁਆਰਾ ਉਤਪਾਦਨ ਦੇ ਸਾਧਨਾਂ ਨੂੰ ਲਗਾਨ, ਮਜ਼ਦੂਰੀ, ਵਿਆਜ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਅਤੇ ਫਰਮ ਨੂੰ ਲਾਭ ਹੁੰਦਾ ਹੈ। ਉਤਪਾਦਨ ਦੇ ਸਾਧਨ ਆਪਣੀ ਆਮਦਨ ਵਸਤਾਂ ਅਤੇ ਸੇਵਾਵਾਂ ਉੱਪਰ ਖਰਚ ਕਰਦੇ ਹਨ। ਇਸ ਨਾਲ ਫਰਮਾਂ ਨੂੰ ਆਮਦਨ ਹੁੰਦੀ ਹੈ ਅਤੇ ਉਹਨਾਂ ਦੀਆਂ ਉਤਪਾਦਨ ਵਸਤਾਂ ਵਿਕ ਜਾਂਦੀਆਂ ਹਨ। ਇਸ ਨੂੰ ਇੱਕ ਰੇਖਾ ਚਿੱਤਰ ਦੁਆਰਾ ਸਪਸ਼ਟ ਕੀਤਾ ਜਾ ਸਕਦਾ ਹੈ। ਉਸ ਤੋਂ ਅੱਗੇ ਪ੍ਰਸ਼ਨ ਹੈਗਾ ਆਪਣਾ ਜਾਂ ਦੇ ਵਿੱਚ ਇੱਕ ਆਰਥਿਕਤਾ ਵਿੱਚ ਰਾਸ਼ਟਰੀ ਆਮਦਨ 40,000 ਕਰੋੜ ਹੈ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ 0.50 ਹੈ। ਜੇਕਰ 1200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਂਦਾ ਹੈ ਤਾਂ ਕੁੱਲ ਕੁਦਰਤੀ ਆਮਦਨ ਕਿੰਨੀ ਹੋਵੇਗੀ। ਇਸ ਦਾ ਉੱਤਰ ਹੈਗਾ ਰਾਸ਼ਟਰੀ ਆਮਦਨ ਆਪਾਂ ਨੂੰ ਦਿੱਤੀ ਗਈ ਹੈ 40,000 ਕਰੋੜ ਰੁਪਏ। MPC ਦਿੱਤੀ ਗਈ ਹੈ 0.50। ਨਵਾਂ ਨਿਵੇਸ਼ ਦਿੱਤਾ ਗਿਆ 1200 ਕਰੋੜ। ਅਸੀਂ ਜਾਣਦੇ ਹਾਂ ਕਿ K ਬਰਾਬਰ 1/1 ਮਾਈਨਸ MPC ਬਰਾਬਰ ਹੈਗਾ 1/1 - 0.5 ਬਰਾਬਰ ਹੈ 1/0.5। ਇਸ ਦਾ ਆਪਣਾ ਦਸ਼ਮਲਵ ਜਦੋਂ ਆਪਾਂ ਹਟਾਵਾਂਗੇ ਗੁਣਾ 10 ਨਾਲ ਕਰਾਂਗੇ ਤਾਂ ਇਸ ਦਾ ਆਂਸਰ ਆਪਣਾ ਆ ਜਾਊਗਾ 2। ਉਸ ਤੋਂ ਅੱਗੇ ਭਾਵ 1200 ਕਰੋੜ ਦਾ ਨਿਵੇਸ਼ ਆਮਦਨ ਨੂੰ ਦੁੱਗਣਾ ਪਵੇਗਾ। K ਬਰਾਬਰ ਹੈ ਡੈਲਟਾ Y ਬਟਾ ਡੈਲਟਾ I। 2 ਬਰਾਬਰ ਹੈ ਡੈਲਟਾ Y ਬਟਾ 1200। ਡੈਲਟਾ Y ਬਰਾਬਰ 2400 ਕਰੋੜ।
ਕੁੱਲ ਕੁਦਰਤੀ ਆਮਦਨ ਬਰਾਬਰ 40,000 ਪਲੱਸ 2400 ਬਰਾਬਰ 42,400 ਕਰੋੜ। ਉਸ ਤੋਂ ਅੱਗੇ ਦੂਜਾ ਪ੍ਰਸ਼ਨ, ਕੇਂਦਰੀ ਬੈਂਕ ਦੇ ਕਿਸੇ ਵੀ 4 ਕਾਰਜਾਂ ਦੀ ਵਿਆਖਿਆ ਕਰੋ। ਉੱਤਰ ਹੈਗਾ ਨੰਬਰ 1 ਕਰੰਸੀ ਜਾਰੀ ਕਰਨਾ। ਕੇਂਦਰੀ ਬੈਂਕਾਂ ਦਾ ਮਹੱਤਵਪੂਰਨ ਕੰਮ ਦੇਸ਼ ਵਿੱਚ ਕਰੰਸੀ ਜਾਰੀ ਕਰਨਾ ਹੁੰਦਾ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਨੋਟ ਅਤੇ ਸਿੱਕੇ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਜਾਂਦੇ ਹਨ। ਨੰਬਰ 2 ਹੈਗਾ ਸਰਕਾਰ ਦਾ ਬੈਂਕ। ਕੇਂਦਰੀ ਬੈਂਕ ਸਰਕਾਰ ਦਾ ਬੈਂਕ ਹੁੰਦਾ ਹੈ। ਸਰਕਾਰ ਦੀਆਂ ਪ੍ਰਾਪਤੀਆਂ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ। ਇਹ ਬੈਂਕ ਸਰਕਾਰ ਦੇ ਸਾਰੇ ਭੁਗਤਾਨ ਵੀ ਕਰਦਾ ਹੈ। ਜਦੋਂ ਸਰਕਾਰ ਨੂੰ ਮੁਦਰਾ ਦਾ ਸੰਕਟ ਸਹਿਣ ਕਰਨਾ ਪੈਂਦਾ ਹੈ ਤਾਂ ਅਲਪਕਾਰਨ ਕਰਜ਼ੇ ਦੀ ਸਹੂਲਤ ਕੇਂਦਰੀ ਬੈਂਕ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਪੁਆਇੰਟ ਤੀਜਾ, ਬੈਂਕਾਂ ਦਾ ਬੈਂਕ। ਕੇਂਦਰੀ ਬੈਂਕ ਵਪਾਰਿਕ ਬੈਂਕਾਂ ਦਾ ਬੈਂਕ ਵੀ ਹੁੰਦਾ ਹੈ। ਵਪਾਰਿਕ ਬੈਂਕਾਂ ਨੂੰ ਲਾਜ਼ਮੀ ਤੌਰ 'ਤੇ ਜਮ੍ਹਾਂ ਖਾਤੇ ਦੀ ਨਿਸ਼ਚਿਤ ਪ੍ਰਤੀਸ਼ਤ ਰਾਸ਼ੀ ਕੇਂਦਰੀ ਬੈਂਕ ਕੋਲ ਪ੍ਰਤੀਭੂਤੀਆਂ ਪ੍ਰਾਪਤ ਕਰਕੇ ਰੱਖਣੀ ਪੈਂਦੀ ਹੈ। ਜਦੋਂ ਕਿਸੇ ਸਮੇਂ ਵਪਾਰਿਕ ਬੈਂਕ ਨੂੰ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੇਂਦਰੀ ਬੈਂਕ ਵਪਾਰਿਕ ਬੈਂਕ ਨੂੰ ਅਲਪਕਾਲੀਨ ਉਧਾਰ ਦੀ ਸਹੂਲਤ ਪ੍ਰਦਾਨ ਕਰਦੀ ਹੈ। ਪੁਆਇੰਟ ਚੌਥਾ ਹੈਗਾ ਉਧਾਰ ਨਿਯੰਤਰਣ। ਕੇਂਦਰੀ ਬੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਉਧਾਰ ਨਿਯੰਤਰਣ ਕਰਨਾ ਹੁੰਦਾ ਹੈ। ਦੇਸ਼ ਵਿੱਚ ਉਧਾਰ ਮੁਦਰਾ ਦੇ ਪ੍ਰਸਾਰ ਅਤੇ ਸੰਕੁਚਨ ਲਈ ਕੇਂਦਰੀ ਬੈਂਕ ਦੁਆਰਾ ਨੀਤੀ ਬਣਾਈ ਜਾਂਦੀ ਹੈ। ਇਸ ਨਾਲ ਦੇਸ਼ ਵਿੱਚ ਆਰਥਿਕ ਸਥਿਰਤਾ ਦਾ ਉਦੇਸ਼ ਪੂਰਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਆਪਣਾ ਅਗਲਾ ਪ੍ਰਸ਼ਨ ਹੈਗਾ, ਇੱਕ ਚਿੱਤਰ ਦੀ ਮਦਦ ਨਾਲ ਇੱਕ ਅਰਥ ਵਿਵਸਥਾ ਵਿੱਚ ਘੱਟ ਮੰਗ ਦੀ ਸਮੱਸਿਆ ਦੀ ਸਥਿਤੀ ਦੀ ਵਿਆਖਿਆ ਕਰੋ। ਇਸ ਦਾ ਉੱਤਰ ਹੈਗਾ ਅਭਾਵੀ ਮੰਗ ਦੀ ਸਥਿਤੀ ਉਸ ਹਾਲਤ ਵਿੱਚ ਹੁੰਦੀ ਹੈ ਜਦੋਂ ਪੂਰਨ ਰੁਜ਼ਗਾਰ ਦੇ ਪੱਧਰ ਉੱਪਰ ਕੁੱਲ ਮੰਗ ਦੀ ਕਮੀ ਪਾਈ ਜਾਂਦੀ ਹੈ। ਇਸ ਸਥਿਤੀ ਨੂੰ ਅਭਾਵੀ ਮੰਗ ਦੀ ਹਾਲਤ ਕਿਹਾ ਜਾਂਦਾ ਹੈ। ਰੇਖਾ ਚਿੱਤਰ ਵਿੱਚ AS ਬਰਾਬਰ ਹੈ AD ਦੁਆਰਾ F ਬਿੰਦੂ ਤੇ ਸੰਤੁਲਿਤ ਸਥਾਪਿਤ ਹੁੰਦਾ ਹੈ। ਇਸ ਨੂੰ ਪੂਰਨ ਰੁਜ਼ਗਾਰ ਦੀ ਸਥਿਤੀ ਕਿਹਾ ਜਾਂਦਾ ਹੈ। ਪੂਰਨ ਰੁਜ਼ਗਾਰ ਦੀ ਸਥਿਤੀ ਵਿੱਚ ਉਤਪਾਦਨ ON ਹੈ ਜਾਂ FN ਹੈ, ਪਰੰਤੂ ਕੁੱਲ ਮੰਗ GN ਹੈ। ਇਸ ਲਈ FN ਮਾਈਨਸ GN ਬਰਾਬਰ FG ਨੂੰ ਅਭਾਵੀ ਮੰਗ ਕਿਹਾ ਜਾਂਦਾ ਹੈ। ਇਸ ਨੂੰ ਅਸਫੀਤੀ ਅੰਤਰ ਵੀ ਕਹਿੰਦੇ ਹਨ। ਘੱਟ ਮੰਗ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੈ ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵੱਧਦੀ ਹੈ, ਮੰਦਾ ਫੈਲਦਾ ਹੈ, ਉਤਪਾਦਨ ਅਤੇ ਆਮਦਨ ਘਟਦੇ ਹਨ। ਇਸ ਕਾਰਨ ਦੇਸ਼ ਵਿੱਚ ਪੂਰਨ ਰੁਜ਼ਗਾਰ ਤੋਂ ਪਹਿਲਾਂ ਹੀ ਸੰਤੁਲਿਤ ਬਟ ਜਾਂਦਾ ਹੈ, ਪਰ ਇਹ ਸੰਤੁਲਿਤ ਤਸੱਲੀ ਬਖਸ਼ ਨਹੀਂ ਹੁੰਦਾ। ਇਸ ਨੂੰ ਠੀਕ ਕਰਨ ਲਈ ਸਰਕਾਰੀ ਦਖਲ ਅੰਦਾਜ਼ੀ ਜ਼ਰੂਰੀ ਹੈ ਅਤੇ ਮੌਦਰਿਕ ਨੀਤੀ ਦਾ ਉਚਿਤ ਹੋਣਾ ਵੀ ਲਾਜ਼ਮੀ ਹੈ। ਪ੍ਰਸ਼ਨ ਤੀਜਾ ਹੈਗਾ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ 1947 ਵਿੱਚ ਭਾਰਤੀ ਅਰਥ ਵਿਵਸਥਾ ਇੱਕ ਖੜੋਤ ਵਾਲੀ ਅਰਥ ਵਿਵਸਥਾ ਸੀ। ਇਸ ਦਾ ਉੱਤਰ ਹੈਗਾ ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਅਰਥ ਵਿਵਸਥਾ ਗਤੀਹੀਨ ਜਾਂ ਖੜੋਤ ਵਾਲੀ ਅਰਥ ਵਿਵਸਥਾ ਸੀ। ਆਰਥਿਕ ਵਿਕਾਸ ਦੀ ਦਰ ਇੰਨੀ ਘੱਟ ਸੀ ਕਿ ਇਸ ਨੂੰ ਨਾ ਦੇ ਬਰਾਬਰ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਸ਼ਾਸਨ ਦੇ 200 ਸਾਲਾਂ ਵਿੱਚ ਪ੍ਰਤੀ ਵਿਅਕਤੀ ਵਾਰਸ਼ਿਕ ਦਰ ਸਿਰਫ 0.5 ਸੀ। ਇਸ ਦਾ ਮੁੱਖ ਕਾਰਨ ਸੀ ਭਾਰਤ ਵਿੱਚ ਪਛੜੀ ਹੋਈ ਖੇਤੀਬਾੜੀ ਦੀ ਹਾਲਤ ਜੋ ਕਿ ਵਰਖਾ 'ਤੇ ਨਿਰਭਰ ਕਰਦੀ ਸੀ। ਉਤਪਾਦਨ ਕਰਨ ਦੇ ਢੰਗ ਪੁਰਾਤਨ ਸਨ। ਉਦਯੋਗਾਂ ਦੀ ਘਾਟ ਸੀ। ਛੋਟੇ ਪੈਮਾਨੇ ਦੇ ਉਦਯੋਗ ਜੋ ਕਿ ਦੁਨੀਆ ਭਰ ਵਿੱਚ ਮਸ਼ਹੂਰ ਸਨ ਉਹਨਾਂ ਦਾ ਪਤਨ ਹੋ ਗਿਆ ਸੀ। ਇਸ ਲਈ ਭਾਰਤ ਇੱਕ ਗਰੀਬ ਦੇਸ਼ ਬਣ ਕੇ ਰਹਿ ਗਿਆ। ਖੜੋਤ ਵਾਲੀ ਅਰਥ ਵਿਵਸਥਾ ਦਾ ਕਾਰਨ ਘੱਟ ਉਤਪਾਦਕਾਂ ਦਾ ਹੋਣਾ, ਤਕਨੀਕੀ ਵਿਕਾਸ ਦਾ ਨਾਮਾਤਰ ਹੋਣਾ ਅਤੇ ਅੰਗਰੇਜ਼ਾਂ ਦੁਆਰਾ ਭਾਰਤ ਵਿਰੋਧੀ ਨੀਤੀਆਂ ਵੀ ਸਨ। ਇੱਕ ਲੰਬੇ ਸਮੇਂ ਤੱਕ ਭਾਰਤੀ ਅਰਥ ਵਿਵਸਥਾ ਦੀ ਹਾਲਤ ਗਤੀਹੀਨ ਜਾਂ ਖੜੋਤ ਵਾਲੀ ਸੀ। ਇਸ ਦੇ ਨਾਲ ਹੀ ਆਪਣਾ ਪ੍ਰਸ਼ਨ ਹੈਗਾ ਨਵੀਂ ਉਦਯੋਗਿਕ ਨੀਤੀ 1991 ਦੀਆਂ 4 ਮੁੱਖ ਵਿਸ਼ੇਸ਼ਤਾਵਾਂ ਲਿਖੋ। ਉੱਤਰ ਹੈਗਾ ਨੰਬਰ 1 ਉਦਾਰੀਕਰਨ। ਨਵੀਂ ਆਰਥਿਕ ਨੀਤੀ ਦੀ ਪਹਿਲੀ ਵਿਸ਼ੇਸ਼ਤਾ ਉਦਾਰੀਕਰਨ ਦੀ ਨੀਤੀ ਨੂੰ ਅਪਣਾਉਣਾ ਹੈ। ਉਦਾਰੀਕਰਨ ਦਾ ਭਾਵ ਉਦਯੋਗਾਂ ਅਤੇ ਵਪਾਰ ਨੂੰ ਸਰਕਾਰ ਦੀਆਂ ਗੈਰ ਜ਼ਰੂਰੀ ਪਾਬੰਦੀਆਂ ਤੋਂ ਮੁਕਤ ਕਰਾਉਣਾ ਹੈ। ਜਿਸ ਤਰ੍ਹਾਂ ਵਪਾਰ ਉਦਾਰੀਕਰਨ ਨਾਲ ਕੋਰੀਆ, ਸਿੰਗਾਪੁਰ ਆਦਿ ਘੱਟ ਵਿਕਸਿਤ ਦੇਸ਼ਾਂ ਨਾਲ ਆਰਥਿਕ ਵਿਕਾਸ ਕੀਤਾ ਹੈ, ਉਸੇ ਤਰ੍ਹਾਂ ਭਾਰਤ ਵੀ ਆਰਥਿਕ ਵਿਕਾਸ ਕਰ ਸਕਦਾ ਹੈ। ਇਸ ਮੰਤਵ ਲਈ ਨਵੀਂ ਉਦਯੋਗਿਕ ਨੀਤੀ ਵਿੱਚ ਉਦਾਰੀਕਰਨ ਦੀ ਨੀਤੀ ਅਨੁਸਾਰ 6 ਉਦਯੋਗਾਂ ਨੂੰ ਛੱਡ ਕੇ ਬਾਕੀ ਉਦਯੋਗਾਂ ਲਈ ਲਾਇਸੈਂਸ ਲੈਣ ਦੀ ਨੀਤੀ ਸਮਾਪਤ ਕੀਤੀ ਗਈ। ਨਵੀਂ ਨੀਤੀ ਵਿੱਚ ਪੰਜੀਕਰਨ ਯੋਜਨਾ ਸਮਾਪਤ ਕੀਤੀਆਂ ਗਈਆਂ ਹਨ। ਨੰਬਰ 2 ਤੇ ਹੈਗਾ ਨਿੱਜੀਕਰਨ। ਜੋ ਉਦਯੋਗ ਪਹਿਲਾਂ ਸਰਵਜਨਕ ਖੇਤਰ ਲਈ ਰਾਖਵੇਂ ਸਨ ਉਹਨਾਂ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਦੀ ਨੀਤੀ ਨੂੰ ਨਿੱਜੀਕਰਨ ਦੀ ਨੀਤੀ ਕਿਹਾ ਜਾਂਦਾ ਹੈ। ਸਰਵਜਨਕ ਖੇਤਰ ਦੀ ਅਸਫਲਤਾ ਨੂੰ ਦੇਖਦੇ ਹੋਏ ਸਰਕਾਰ ਨੇ ਨਿੱਜੀਕਰਨ ਨੂੰ ਅੰਸ਼ਿਕ ਜਾਂ ਪੂਰਨ ਰੂਪ ਵਿੱਚ ਅਪਣਾ ਲਿਆ ਹੈ। ਇਸ ਨੀਤੀ ਨੂੰ U-ਟਰਨ ਦਾ ਨਾਮ ਦਿੱਤਾ ਗਿਆ ਹੈ, ਅਰਥਾਤ ਸਰਵਜਨਕ ਉਦਯੋਗਾਂ ਦਾ ਨਿੱਜੀਕਰਨ ਕਰਨਾ। ਨੰਬਰ 3 ਤੇ ਹੈਗਾ ਆਪਣਾ ਵਿਸ਼ਵੀਕਰਨ। ਇੱਕ ਦੇਸ਼ ਦਾ ਦੂਸਰੇ ਦੇਸ਼ਾਂ ਨਾਲ ਮੁਕਤ ਵਪਾਰ, ਪੂੰਜੀ ਆਦਾਨ ਪ੍ਰਦਾਨ ਅਤੇ ਮਨੁੱਖਾਂ ਦੀ ਗਤੀਸ਼ੀਲਤਾ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ।
ਇਸ ਦਾ ਮਤਲਬ ਵਿਦੇਸ਼ੀ ਪੂੰਜੀ ਦਾ ਪ੍ਰਯੋਗ ਕਰਕੇ ਵਿਸ਼ਵ ਅਰਥਵਿਵਸਥਾ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ। ਵਿਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਕੇ ਵਿਦੇਸ਼ੀ ਨਿਵੇਸ਼ ਵਿੱਚ ਵਾਧਾ ਕਰਨਾ ਅਤੇ ਮਨੁੱਖੀ ਪੂੰਜੀ ਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਵਿੱਚ ਪ੍ਰਯੋਗ ਕਰਨਾ ਵਿਸ਼ਵੀਕਰਨ ਮਨੁੱਖ ਦਾ ਮੁੱਖ ਉਦੇਸ਼ ਹੈ। ਨੰਬਰ 4 ਹੈਗਾ ਰਾਜਕੋਸ਼ੀ ਅਤੇ ਮੌਦਰਿਕ ਸੁਧਾਰ। ਨਵੀਂ ਆਰਥਿਕ ਨੀਤੀ 1991 ਵਿੱਚ ਰਾਜਕੋਸ਼ੀ ਸੁਧਾਰ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਸਰਕਾਰੀ ਆਮਦਨ ਵੱਧ ਸਕੇ ਅਤੇ ਗੈਰ ਉਤਪਾਦਕ ਖਰਚ ਘੱਟ ਹੋ ਸਕੇ। ਇਸ ਤਰ੍ਹਾਂ ਮੌਦਰਿਕ ਸੁਧਾਰ ਆਦਿ ਕੀਤੇ ਗਏ ਤਾਂ ਜੋ ਕੀਮਤਾਂ ਵਿੱਚ ਸਥਿਰਤਾ ਹੋ ਸਕੇ ਅਤੇ ਬੈਂਕਾਂ ਦੀ ਕਾਰਜਕੁਸ਼ਲਤਾ ਵੀ ਵੱਧ। ਉਸ ਤੋਂ ਅੱਗੇ ਹੈਗਾ ਪ੍ਰਸ਼ਨ ਨੰਬਰ 4, ਭਾਰਤ ਵਿੱਚ ਪੇਂਡੂ ਕਰਜ਼ੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ 4 ਉਪਾਅ ਸੁਝਾਓ। ਇਸ ਦਾ ਉੱਤਰ ਆਪਣਾ ਹੈਗਾ ਨੰਬਰ 1 ਹੈਗਾ ਸਹਿਕਾਰੀ ਮੰਡੀਕਰਨ ਸਭਾਵਾਂ। ਕਰਜ਼ੇ ਅਤੇ ਸਹਿਕਾਰੀ ਮੰਡੀਕਰਨ ਸਭਾਵਾਂ ਦਾ ਏਕੀਕਰਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਜਦੋਂ ਕਿਸਾਨ ਸਹਿਕਾਰੀ ਮੰਡੀਆਂ ਵਿੱਚ ਆਪਣੀ ਫਸਲ ਵੇਚਣਗੇ ਤਾਂ ਉਹਨਾਂ ਨੂੰ ਕਰਜ਼ ਵਾਪਸ ਕਰਨਾ ਪਵੇਗਾ। ਨੰਬਰ 2 ਕਰਜ਼ ਦੀ ਸੌਖੀ ਅਤੇ ਵੱਧ ਸਹੂਲਤ। ਕਰਜ਼ ਪ੍ਰਣਾਲੀ ਨੂੰ ਪਿੰਡਾਂ ਲਈ ਸੌਖਾ ਬਣਾਇਆ ਜਾਵੇ। ਸਾਹੂਕਾਰਾਂ ਦੀ ਪ੍ਰਸਿੱਧੀ ਦਾ ਕਾਰਨ ਸੌਖਾ ਕਰਜ਼ ਅਤੇ ਵੱਧ ਕਰਜ਼ ਹੈ। ਗੈਰ ਲੋੜੀਂਦੀਆਂ ਰਸਮਾਂ ਨੂੰ ਘਟਾਇਆ ਜਾਵੇ। ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦੀ ਪੂੰਜੀ ਵਧਾ ਕੇ ਪੇਂਡੂ ਲੋਕਾਂ ਨੂੰ ਵੱਧ ਕਾਰਜ ਸਹੂਲਤ ਮਿਲ ਸਕਦੀ ਹੈ। ਨੰਬਰ 3 ਹੈਗਾ ਫਸਲੀ ਕਰਜ਼ ਪ੍ਰਣਾਲੀ ਅਤੇ ਸੰਸਥਾਗਤ ਕਰਜ਼। ਪਿੰਡਾਂ ਵਿੱਚ ਲੋਕਾਂ ਲਈ ਸੰਸਥਾਗਤ ਕਰਜ਼ ਰਾਹੀਂ ਵੱਧ ਕਰਜ਼ ਦਿੱਤਾ ਜਾਵੇ ਅਤੇ ਕਰਜ਼ ਨੂੰ ਫਸਲਾਂ ਰੂਪੀ ਸਿਕਿਉਰਿਟੀ ਦੇ ਰੂਪ ਵਿੱਚ ਅਪਣਾਇਆ ਜਾਵੇ। ਨੰਬਰ 4 ਹੈਗਾ ਗੈਰ ਉਤਪਾਦਕ ਕਰਜ਼ ਦਾ ਘਟਾਉਣਾ ਅਤੇ ਕੁਸ਼ਲ ਪ੍ਰਬੰਧਨ। ਕਿਸਾਨਾਂ ਨੂੰ ਗੈਰ ਉਤਪਾਦਿਤ ਕੰਮਾਂ ਲਈ ਕਰਜ਼ ਘਟਾਇਆ ਜਾਵੇ ਅਤੇ ਕਰਜ਼ ਦੇਣ ਵਾਲੀਆਂ ਸੰਸਥਾਵਾਂ ਦੀ ਪ੍ਰਬੰਧਨ ਪ੍ਰਣਾਲੀ ਸੁਧਾਰੀ ਜਾਵੇ। ਪ੍ਰਬੰਧਕਾਂ ਦਾ ਸੰਬੰਧ ਖੇਤੀ ਨਾਲ ਹੋਵੇ ਅਤੇ ਉਹ ਪਿੰਡ ਦੇ ਲੋਕਾਂ ਪ੍ਰਤੀ ਹਮਦਰਦੀ ਰੱਖਣ। ਇਸ ਦੇ ਨਾਲ ਹੀ ਜਾਂ ਦੇ ਵਿੱਚ ਹੈਗਾ ਆਪਣਾ ਪ੍ਰਦੂਸ਼ਣ ਤੋਂ ਤੁਹਾਡਾ ਕੀ ਮਤਲਬ ਹੈ, ਇਸ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ। ਜੇਕਰ ਇਸ ਪ੍ਰਸ਼ਨ ਨੂੰ ਵੀ ਤੁਸੀਂ ਕਰਨਾ ਚਾਹੁੰਦੇ ਹੋ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉੱਥੇ ਜਿਹੜਾ ਆਪਣਾ PDF ਆਪਾਂ ਅਪਲੋਡ ਕਰ ਦੇਵਾਂਗੇ। ਉਸ ਤੋਂ ਅੱਗੇ ਨੰਬਰ 5 ਤੇ ਹੈਗਾ ਰੈਂਕ ਦੇ ਸਹਿ ਸੰਬੰਧ ਗੁਣਾਂਕ ਦਾ ਪਤਾ ਲਗਾਓ ਜੇ 2 ਚਰਾਂ ਦਾ ਦਰਜਾ ਹੇਠਾਂ ਦਿੱਤਾ ਗਿਆ ਹੈ। ਇਸ ਨੂੰ ਵੀ ਤੁਸੀਂ ਜਿਹੜਾ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਕਰ ਸਕਦੇ ਹੋ। ਉਸ ਤੋਂ ਅਗਲਾ ਪ੍ਰਸ਼ਨ ਸੂਚਕਾਂਕ ਦੀਆਂ ਸੀਮਾਵਾਂ 'ਤੇ ਚਰਚਾ ਕਰੋ। ਇਸ ਦਾ ਉੱਤਰ ਹੈਗਾ ਸੂਚਕਾਂਕ ਦੀਆਂ ਮੁੱਖ ਸੀਮਾਵਾਂ ਅੱਗੇ ਲਿਖੇ ਅਨੁਸਾਰ ਹਨ। ਨੰਬਰ 1 ਸੂਚਕਾਂਕ ਪੂਰਨ ਸੱਚਾਈ ਪ੍ਰਗਟ ਨਹੀਂ ਕਰਦੇ, ਇਹ ਅਨੁਮਾਨਿਤ ਤਬਦੀਲੀ ਦਾ ਗਿਆਨ ਦਿੰਦੇ ਹਨ। ਨੰਬਰ 2 ਸੂਚਕਾਂਕ ਵਿਸ਼ੇਸ਼ ਉਦੇਸ਼ਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ, ਇਹਨਾਂ ਨੂੰ ਦੂਸਰੇ ਉਦੇਸ਼ਾਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਨੰਬਰ 3 ਸੂਚਕਾਂਕ ਅੰਕ ਥੋਕ ਕੀਮਤਾਂ ਅਨੁਸਾਰ ਬਣਾਏ ਜਾਂਦੇ ਹਨ, ਇਹਨਾਂ ਨੂੰ ਪ੍ਰਚੂਨ ਕੀਮਤਾਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਨੰਬਰ 4 ਸੂਚਕਾਂਕ ਅੰਕਾਂ ਨੂੰ ਵਜ਼ਨ ਦੇਣ ਦੀ ਕੋਈ ਵਿਗਿਆਨਿਕ ਵਿਧੀ ਨਹੀਂ ਹੈ। ਨੰਬਰ 5 ਸੂਚਕਾਂਕ ਅੰਕਾਂ ਦੁਆਰਾ ਅੰਤਰਰਾਸ਼ਟਰੀ ਤੁਲਨਾ ਨਹੀਂ ਕੀਤੀ ਜਾ ਸਕਦੀ। ਨੰਬਰ 6 ਸੂਚਕਾਂਕ ਬਣਾਉਣ ਸਮੇਂ ਵਸਤਾਂ ਦੀ ਗੁਣਵੱਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਨੰਬਰ 7 ਸੂਚਕਾਂਕ ਨੂੰ ਪ੍ਰਯੋਗ ਕਰਨ ਸਮੇਂ ਇਸ ਨੂੰ ਬਣਾਉਣ ਦੇ ਪੜਾਵਾਂ ਦਾ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਉਸ ਤੋਂ ਅੱਗੇ ਨੰਬਰ ਪ੍ਰਸ਼ਨ 6 ਹੈਗਾ ਲੰਬੇ ਉੱਤਰਾਂ ਵਾਲੇ ਪ੍ਰਸ਼ਨ। 2 ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨਾਂ ਦੇ ਉੱਤਰ 100 ਤੋਂ 150 ਸ਼ਬਦਾਂ ਦੇ ਵਿੱਚ ਦਿਓ। 6 ਅੰਕਾਂ ਦੇ ਪ੍ਰਸ਼ਨ ਜਿਹੜੇ ਆਪਣੇ ਹੈਗੇ ਨੇ ਇਹ। ਨੰਬਰ 1 ਪ੍ਰਸ਼ਨ ਹੈਗਾ ਹੇਠ ਦਿੱਤੇ ਅੰਕੜਿਆਂ ਤੋਂ ਰਾਸ਼ਟਰੀ ਆਮਦਨ ਅਤੇ ਸ਼ੁੱਧ ਘਰੇਲੂ ਆਮਦਨ ਦਾ ਪਤਾ ਲਗਾਓ। ਮਦਦ ਦੇਖ ਸਕਦੇ ਹੋ ਦਿੱਤੀਆਂ ਗਈਆਂ ਨੇ। ਮਜ਼ਦੂਰੀ ਦਿੱਤੀ ਗਈ ਹੈ 65,200 ਕਰੋੜ। ਲਾਭ ਦਿੱਤਾ ਗਿਆ 45,000 ਕਰੋੜ। ਕਿਰਾਇਆ ਦਿੱਤਾ ਗਿਆ 30,500 ਤੇ ਵਿਆਜ ਹੈਗਾ ਅੱਗੇ 40,000। ਨੰਬਰ 5 ਤੇ ਮਿਸ਼ਰਤ ਆਮਦਨ 30,000 ਤੇ 6 ਨੰਬਰ ਤੇ ਹੈਗੀ ਆ ਵਿਦੇਸ਼ਾਂ ਤੋਂ ਸ਼ੁੱਧ ਕਾਰਕ ਆਮਦਨ 18,300 ਕਰੋੜ ਰੁਪਏ। ਉੱਤਰ ਦੇ ਵਿੱਚ ਦੇਖ ਸਕਦੇ ਹੋ ਨੰਬਰ 1 ਤੇ ਸ਼ੁੱਧ ਘਰੇਲੂ ਆਮਦਨ ਬਰਾਬਰ ਹੈ ਮਜ਼ਦੂਰੀ ਪਲੱਸ ਲਾਭ ਪਲੱਸ ਕਿਰਾਇਆ ਪਲੱਸ ਵਿਆਜ ਪਲੱਸ ਮਿਸ਼ਰਤ ਆਮਦਨ ਬਰਾਬਰ ਹੈ 65,200 ਪਲੱਸ 45,000 ਪਲੱਸ 30,500 ਪਲੱਸ 40,000 ਪਲੱਸ 30,000 ਬਰਾਬਰ ਹੈ 2,10,700 ਕਰੋੜ ਰੁਪਏ। ਉਸ ਤੋਂ ਅੱਗੇ ਨੰਬਰ 20 ਤੇ ਹੈਗਾ ਰਾਸ਼ਟਰੀ ਆਮਦਨ ਬਰਾਬਰ ਹੈ ਸ਼ੁੱਧ ਘਰੇਲੂ ਆਮਦਨ ਪਲੱਸ ਵਿਦੇਸ਼ਾਂ ਤੋਂ ਸ਼ੁੱਧ ਕਾਰਕ ਆਮਦਨ। ਇਹਨਾਂ ਦੋਨਾਂ ਦਾ ਜੋੜ ਕਰਕੇ ਅੱਗੇ ਜਿਹੜਾ ਆਪਣਾ ਆਨਸਰ ਆ ਜਾਊਗਾ। ਇਸ ਦੇ ਨਾਲ ਹੀ ਜਾਂ ਦੇ ਵਿੱਚ ਦਿੱਤਾ ਗਿਆ ਲਚਕਦਾਰ ਵਟਾਂਦਰਾ ਦਰ ਤੋਂ ਕੀ ਭਾਵ ਹੈ, ਇਸ ਦੇ ਗੁਣਾਂ ਅਤੇ ਔਗੁਣਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਇਹ ਵੀ ਜਿਹੜਾ ਟੈਲੀਗ੍ਰਾਮ ਚੈਨਲ ਤੇ ਜਾ ਕੇ ਤੁਸੀਂ ਕਰ ਸਕਦੇ ਹੋ। ਹੋਰ ਵਾਲਾ ਪ੍ਰਸ਼ਨ ਨੰਬਰ 3 ਤੇ ਹੈਗਾ ਭੁਗਤਾਨ ਸੰਤੁਲਨ ਵਿੱਚ ਘਾਟੇ ਦੀ ਸਮੱਸਿਆ ਦਾ ਹੱਲ।
ਅਗਲਾ ਪ੍ਰਸ਼ਨ ਦੇਖ ਸਕਦੇ ਹੋ, ਭਾਰਤ ਵਿੱਚ ਬੇਰੁਜ਼ਗਾਰੀ ਦੇ 6 ਕਾਰਨਾਂ ਦਾ ਵਰਣਨ ਕਰੋ। ਇਸ ਦਾ ਉੱਤਰ ਦੇਖ ਸਕਦੇ ਹੋ ਨੰਬਰ 1 ਤੇ ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ। ਸਾਡੀ ਜਨਸੰਖਿਆ ਵਿਸ਼ੇਸ਼ ਤੌਰ ਤੇ 1951 ਤੋਂ ਬਾਅਦ ਬਹੁਤ ਹੀ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ। ਹੁਣ ਇਸ ਵਿੱਚ ਸਾਲਾਨਾ ਵਾਧੇ ਦੀ ਦਰ ਲਗਭਗ 2.0% ਰਹੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਵੱਧ ਕੇ 121 ਕਰੋੜ ਹੋ ਗਈ ਅਤੇ 2022 ਵਿੱਚ 140 ਕਰੋੜ ਹੋ ਗਈ। ਜਨਸੰਖਿਆ ਵਿੱਚ ਤੇਜ਼ ਵਾਧੇ ਦੇ ਕਾਰਨ ਮਜ਼ਦੂਰਾਂ ਦੀ ਪੂਰਤੀ ਵੀ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ, ਜਦੋਂ ਕਿ ਯੋਜਨਾਵਾਂ ਵਿੱਚ ਕੀਤੇ ਗਏ ਯਤਨਾਂ ਦੇ ਬਾਵਜੂਦ ਵੀ ਮਜ਼ਦੂਰਾਂ ਦੇ ਲਈ ਰੁਜ਼ਗਾਰ ਦੇ ਮੌਕੇ ਉਨੀ ਤੇਜ਼ੀ ਨਾਲ ਨਹੀਂ ਵੱਧ ਰਹੇ ਜਿੰਨੀ ਤੇਜ਼ੀ ਨਾਲ ਮਜ਼ਦੂਰਾਂ ਦੀ ਸੰਖਿਆ ਵੱਧ ਰਹੀ ਹੈ। ਇਸ ਲਈ ਬੇਰੁਜ਼ਗਾਰੀ ਵਿੱਚ ਪ੍ਰਤੀ ਸਾਲ ਵਾਧਾ ਹੋ ਰਿਹਾ ਹੈ। ਨੰਬਰ 2 ਹੈਗਾ ਖੇਤੀਬਾੜੀ ਇੱਕ ਮੌਸਮੀ ਕਿੱਤਾ। ਖੇਤੀਬਾੜੀ ਭਾਰਤ ਵਿੱਚ ਇੱਕ ਪ੍ਰਮੁੱਖ ਕਿੱਤਾ ਹੈ ਅਤੇ ਭਾਰਤ ਦੀ ਜਨਸੰਖਿਆ ਦਾ ਵੱਡਾ ਹਿੱਸਾ ਇਸ ਖੇਤਰ ਵਿੱਚ ਲੱਗਾ ਹੋਇਆ ਹੈ, ਪਰ ਭਾਰਤ ਦੀ ਖੇਤੀਬਾੜੀ ਪਛੜੀ ਹੋਈ ਹੈ। ਇਸ ਵਿੱਚ ਕਿਸਾਨਾਂ ਨੂੰ ਸਾਰਾ ਸਾਲ ਕੰਮ ਨਹੀਂ ਮਿਲਦਾ ਅਤੇ ਉਹ ਕੋਈ 3 ਤੋਂ 4 ਮਹੀਨਿਆਂ ਤੱਕ ਖਾਲੀ ਰਹਿੰਦੇ ਹਨ। ਖੇਤੀਬਾੜੀ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੈ ਅਤੇ ਕੋਈ 20 ਤੋਂ 25% ਲੋਕ ਛੁਪੇ ਹੋਏ ਬੇਰੁਜ਼ਗਾਰ ਹਨ। ਨੰਬਰ 3 ਤੇ ਹੈਗਾ ਲਘੂ ਅਤੇ ਕੁਟੀਰ ਉਦਯੋਗਾਂ ਵਿੱਚ ਅਣਗਹਿਲੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਘੂ ਅਤੇ ਕੁਟੀਰ ਉਦਯੋਗ ਕਿਰਤ ਪ੍ਰਧਾਨ ਹੁੰਦੇ ਹਨ, ਭਾਵ ਕਿਰਤ ਦੀ ਇਸ ਵਿੱਚ ਜ਼ਿਆਦਾ ਲੋੜ ਹੁੰਦੀ ਹੈ, ਪਰੰਤੂ ਭਾਰਤ ਵਿੱਚ ਇਹਨਾਂ ਉਦਯੋਗਾਂ ਦਾ ਪੂਰਨ ਰੂਪ ਵਿੱਚ ਵਿਕਾਸ ਨਹੀਂ ਕੀਤਾ ਗਿਆ। ਨੰਬਰ 4 ਤੇ ਉਦਯੋਗਿਕ ਵਿਕਾਸ ਦੀ ਨੀਵੀਂ ਦਰ। ਵੱਖ-ਵੱਖ ਸਮੱਸਿਆਵਾਂ ਜਿਵੇਂ ਬਿਜਲੀ ਦੀ ਘੱਟ ਉੱਨਤ ਮਸ਼ੀਨਾਂ ਅਤੇ ਤਕਨੀਕਾਂ ਆਦਿ ਕਰਕੇ ਉਦਯੋਗਿਕ ਵਿਕਾਸ ਦੀ ਦਰ ਵੀ ਕਾਫੀ ਮੱਧਮ ਰਹੀ ਹੈ, ਜਿਸ ਨਾਲ ਸ਼ਹਿਰੀ ਇਲਾਕਿਆਂ ਵਿੱਚ ਬੇਰੁਜ਼ਗਾਰੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਭਾਵ ਉਦਯੋਗਿਕ ਵਿਕਾਸ ਦੀ ਘੱਟ ਦਰ ਵੀ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਹੈ। ਨੰਬਰ 5 ਤੇ ਹੈਗਾ ਦੋਸ਼ਪੂਰਨ ਸਿੱਖਿਆ ਪ੍ਰਣਾਲੀ। ਸਾਡੀ ਸਿੱਖਿਆ ਪ੍ਰਣਾਲੀ ਰੁਜ਼ਗਾਰ ਕੇਂਦਰਿਤ ਨਹੀਂ ਹੈ। ਹਰ ਸਾਲ ਸਾਡੇ ਸਕੂਲਾਂ ਕਾਲਜਾਂ ਵਿੱਚੋਂ ਲੱਖਾਂ ਦੀ ਸੰਖਿਆ ਵਿੱਚ ਲੜਕੇ ਅਤੇ ਲੜਕੀਆਂ ਪੜ੍ਹ ਲਿਖ ਕੇ ਬਾਹਰ ਆਉਂਦੇ ਹਨ, ਜਿਨ੍ਹਾਂ ਨੂੰ ਕਿਰਤ ਕਰਨ ਵਿੱਚ ਕੋਈ ਵੀ ਪੁੱਛਗਿੱਛ ਨਹੀਂ ਹੁੰਦੀ। ਅੱਜ ਵੀ ਭਾਰਤ ਵਿੱਚ ਉਦਾਰ ਸਿੱਖਿਆ ਦੇਣ ਵਾਲੇ ਸਕੂਲਾਂ ਅਤੇ ਕਾਲਜਾਂ ਦੀ ਭਰਮਾਰ ਹੈ, ਜੋ ਕਿ ਸਾਡੀ ਵਰਤਮਾਨ ਸਥਿਤੀ ਦੇ ਬਿਲਕੁਲ ਅਨੁਕੂਲ ਨਹੀਂ ਹੈ। ਰੁਜ਼ਗਾਰ ਮੁਖੀ ਸਿੱਖਿਆ ਦੀ ਘਾਟ ਹੈ ਅਤੇ ਫਲਸਰੂਪ ਬੇਕਾਰੀ ਵਧੀ ਹੈ। ਨੰਬਰ 6 ਤੇ ਹੈਗਾ ਪੂੰਜੀ ਅਤੇ ਕੱਚੇ ਮਾਲ ਦੀ ਘਾਟ। ਭਾਰਤ ਵਿੱਚ ਪੂੰਜੀ ਅਤੇ ਕੱਚਾ ਮਾਲ ਜਿਵੇਂ ਕੋਲੇ, ਲੋਹੇ, ਊਰਜਾ, ਸਿੰਚਾਈ ਆਦਿ ਦੀ ਕਮੀ ਕਾਰਨ ਅਰਥਵਿਵਸਥਾ ਵਿੱਚ ਸਥਾਪਿਤ ਸਮਰੱਥਾ ਦਾ ਪੂਰਾ ਪ੍ਰਯੋਗ ਨਹੀਂ ਹੈ। ਇਸ ਕਾਰਨ ਰੁਜ਼ਗਾਰ ਦੇ ਕਈ ਮੌਕੇ ਘਟ ਜਾਂਦੇ ਹਨ। ਉਦਯੋਗਾਂ ਅਤੇ ਖੇਤਾਂ ਵਿੱਚ ਪੂਰੀ ਤਰ੍ਹਾਂ ਉਤਪਾਦਨ ਅਤੇ ਰੁਜ਼ਗਾਰ ਨਾ ਵਧਣ ਨਾਲ ਅਰਥਵਿਵਸਥਾ ਦੀ ਵਿਕਾਸ ਦਰ ਘੱਟ ਹੋ ਜਾਂਦੀ ਹੈ ਅਤੇ ਅੱਗੇ ਬੇਰੁਜ਼ਗਾਰੀ ਨੂੰ ਵਧਾਉਂਦੀ ਹੈ। ਤਾਂ ਹਾਂਜੀ ਦੋਸਤੋ, ਇਹ ਸੀ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕਨੋਮਿਕ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ। ਪੂਰੇ ਇੰਪੋਰਟੈਂਟ ਕੁਐਸਚਨ ਆਪਾਂ ਇਸ ਦੇ ਵਿੱਚ ਤੁਹਾਨੂੰ ਦੱਸੇ। ਜੇਕਰ ਇਸ ਦਾ PDF ਚਾਹੀਦਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਦੇਣਾ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।